Good morning to all of you, dear student. Today I am going to explain the next chapter, that is chapter number 8, that is controlling. So as we all know that controlling is the last function of management. Okay, so ਜਿਹਦੇ ਵਿੱਚ ਬੇਟੇ ਅਸੀਂ ਕਰਾਂਗੇ one is the concept and importance and second is the steps in process of controlling. Otherwise ਤੁਹਾਡੇ ਕੋਲ ਇੱਥੇ ਤੁਹਾਡੀ ਬੁੱਕ ਦੇ ਵਿੱਚ ਇੱਕ ਹੋਰ ਟੌਪਿਕ ਦਿੱਤਾ ਹੋਇਆ that are relationship between planning and controlling. ਰਿਲੇਸ਼ਨਸ਼ਿਪ ਬਿਟਵੀਨ ਪਲੈਨਿੰਗ ਐਂਡ ਕੰਟਰੋਲਿੰਗ ਟੌਪਿਕ ਜਿਹੜਾ ਡਿਡਕਟ ਕਰ ਦਿੱਤਾ ਗਿਆ ਹੈ ਬਾਏ ਦਾ CBSE. ਸੋ ਦੈਟਸ ਵਾਈ ਅਸੀਂ ਦੋ ਹੀ ਕਨਸੈਪਟ ਇਹਦੇ ਵਿੱਚ ਕਰਾਂਗੇ, ਜਿਹਦੇ ਵਿੱਚ ਕਰਾਂਗੇ ਕਨਸੈਪਟ ਦੇ ਵਿੱਚ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੀ ਅਸੀਂ ਕਰਾਂਗੇ ਮੀਨਿੰਗ ਪਲੱਸ ਫੀਚਰਸ ਐਂਡ ਆਲਸੋ ਵੀ ਕੈਨ ਲਰਨ ਇੰਪੋਰਟੈਂਸ and steps in process of control. So let us start with the controlling. What do you mean by controlling? But controlling is a very important managerial function. It is concerned with taking necessary measure or preventive actions to ensure achievement of organization goal. ਜਿੰਨੇ ਵੀ ਅਸੀਂ ਪਲਾਨ ਕੀਤੇ ਹੁੰਦੇ ਆ ਕੰਟਰੋਲਿੰਗ ਦਾ ਮਤਲਬ ਕੀ ਹੁੰਦਾ ਅਸੀਂ ਉਸ ਪਲਾਨ ਨੂੰ ਕੰਟਰੋਲ ਕਰਨਾ ਟਿਲ ਦਾ ਐਂਡ। ਕੰਟਰੋਲ ਕਿਸ ਤਰੀਕੇ ਨਾਲ ਕਰਨਾ ਕਿ ਜੋ ਅਸੀਂ ਪਲਾਨ ਕਰਕੇ ਚੱਲਦੇ ਪਏ ਹਾਂ ਕਿ ਸਾਡਾ ਸਾਰੀ ਵਰਕਿੰਗ ਜਿਹੜੀ ਉਸ ਪਲਾਨ ਦੇ ਅਕੋਰਡਿੰਗ ਹੁੰਦੀ ਪਈ ਆ, ਅਗਰ ਨਹੀਂ ਹੁੰਦੀ ਪਈ ਤਾਂ ਕਿਉਂ ਨਹੀਂ ਹੁੰਦੀ ਪਈ, ਇਹ ਅਸੀਂ ਵੇਖ ਕੇ ਚੱਲਦੇ ਹਾਂ। ਓਕੇ, ਸੋ ਕੰਟਰੋਲਿੰਗ ਦਾ ਮਤਲਬ ਕੀ ਹੁੰਦਾ ਹੈ ਕਿ ਅਸੀਂ ਸਭ ਤੋਂ ਪਹਿਲਾਂ ਆਪਣੇ ਆਬਜੈਕਟਿਵਸ ਨੂੰ ਵੇਖਣਾ, ਪਲਾਨਸ ਨੂੰ ਵੇਖਣਾ, ਫਿਰ ਅਸੀਂ ਵਰਕਰ ਦੀ ਐਕਚੁਅਲ ਪਰਫਾਰਮੈਂਸ ਨੂੰ ਵੇਖਣਾ ਅਤੇ ਕੀ ਉਹ ਐਕਚੁਅਲ ਪਰਫਾਰਮੈਂਸ ਜਿਹੜੀ ਉਹ ਪਲਾਨਸ ਦੇ ਅਕੋਰਡਿੰਗ ਚੱਲਦੀ ਪਈ ਹੈ। ਜੇਕਰ ਉਹ ਐਕਚੁਅਲ ਪਰਫਾਰਮੈਂਸ ਪਲਾਨ ਦੇ ਅਕੋਰਡਿੰਗ ਨਹੀਂ ਚੱਲਦੀ ਪਈ ਅਤੇ ਉਹਦੇ ਵਿੱਚੋਂ ਡਿਫਰੈਂਸ ਕੱਢਣਾ ਕਿ ਕਿਹੜੀ ਚੀਜ਼ ਜਿਹੜੀ ਆ ਪਲੈਨਿੰਗ ਦੇ ਅਕੋਰਡਿੰਗ ਨਹੀਂ ਚੱਲਦੀ ਪਈ, ਫਾਈਂਡ ਆਊਟ ਦਾ ਡਿਫਰੈਂਸਿਸ ਫਰੋਮ ਐਕਚੁਅਲ ਪਰਫਾਰਮੈਂਸ ਐਂਡ ਸਟੈਂਡਰਡ ਪਰਫਾਰਮੈਂਸ, ਅਤੇ ਉਸ ਡੈਵੀਏਸ਼ਨ ਨੂੰ ਰਿਮੂਵ ਕਰਨ ਨੂੰ ਕੀ ਕਿਹਾ ਜਾਂਦਾ ਆ, ਕੰਟਰੋਲਿੰਗ। Controlling function can be defined as comparison of actual performance with the planned performance. It is a comparison of actual performance जो वर्कर कर रहे ने with the planned performance, ਤੇ ਜੋ ਮੈਨੇਜਰ ਨੇ ਪਲਾਨ ਕੀਤੀ ਹੋਈ ਹੀ ਉਸ ਪਲੈਨਿੰਗ ਦੇ ਅਕੋਰਡਿੰਗ ਤੁਸੀਂ ਦੋਵਾਂ ਨੂੰ ਕੰਪੇਅਰ ਕਰਨਾ। If there is any difference or deviation, then finding the reason for such difference and taking corrective measure. ਅਤੇ ਜੇਕਰ ਸਾਨੂੰ ਲੱਗਦਾ ਹੈ ਕਿ ਇਹਨਾਂ ਵਿੱਚ ਕੋਈ ਪ੍ਰੋਬਲਮ ਆ ਰਹੀ ਆ, ਕੋਈ ਡਿਫਰੈਂਸ ਆ, ਕੋਈ ਡੇਵੀਏਸ਼ਨ ਆ, ਉਹਨੂੰ ਫਾਈਂਡ ਆਊਟ ਕਰਨਾ, ਉਹਦਾ ਰੀਜ਼ਨ ਲੱਭਣਾ ਅਤੇ ਉਹਦੇ ਉੱਪਰ ਬਿਲਕੁਲ ਪ੍ਰੋਪਰ ਐਕਸ਼ਨਸ ਲੈਣਾ ਤਾਂ ਕਿ ਫਿਊਚਰ ਦੇ ਵਿੱਚ ਉਹ ਮਿਸਮੈਚ ਜਿਹੜਾ ਨਾ ਹੋ ਸਕੇ ਇਨ ਬਿਟਵੀਨ ਦਾ ਐਕਚੁਅਲ ਐਂਡ ਪਲੈਨਡ performance that are called controlling. As we all know that controlling is not the last function of management, but it is a function which bring back the management cycle to planning. ਅਸੀਂ ਇਹ ਕਹਿ ਸਕਦੇ ਹਾਂ ਕਿ it is not a last function of management, एक looking मतलब backward looking approach are controlling. Okay, so let us start with the concept of controlling. Controlling is one of the important function of manager. In order to seek planned result from the subordinate, a manager need to exercise effective control over the activity of the subordinate. Controlling एक ਉਹ important function ਹੁੰਦਾ ਹੈ ਮੈਨੇਜਰ ਦਾ ਜਿਹਨੇ ਪਲੈਨਡ ਰਿਜ਼ਲਟਸ ਨੂੰ ਸਬਆਰਡੀਨੇਟ ਦੇ ਪਲੈਨਡ ਰਿਜ਼ਲਟ ਨੂੰ ਵੇਖਣਾ ਹੁੰਦਾ ਆ ਐਂਡ ਮੈਨੇਜਰ ਜਿਹੜਾ ਆ ਉਹ ਵੇਖਦਾ ਆ ਕਿ ਜਿਹੜੇ ਸਾਰੇ ਸਬਆਰਡੀਨੇਟ ਆ ਉਹ ਇਫੈਕਟਿਵਲੀ ਆਪਣੀਆਂ ਐਕਟੀਵਿਟੀਜ਼ ਨੂੰ ਪੂਰਾ ਕਰਦੇ ਪਏ ਨੇ। ਜੇਕਰ ਕਰਦੇ ਪਏ ਨੇ ਤਾਂ ਇਟ ਮੀਨ ਮੈਨੇਜਰ ਆਪਣੇ ਕੰਟਰੋਲ ਦੇ ਵਿੱਚ ਵਰਕ ਕਰਵਾ ਰਿਹਾ ਆ। Second, controlling function can be defined as ensuring that activity in an organization are performed as per the plan. Controlling function ਇਹ ਡਿਫਾਈਨ ਕਰਦਾ ਹੈ ਕਿ ਜਿਹੜੀ ਵੀ ਐਕਟੀਵਿਟੀ ਆਰਗੇਨਾਈਜੇਸ਼ਨ ਦੇ ਵਿੱਚ ਹੋ ਰਹੀ ਆ all activities are regarding the planned performance ਦੇ ਰਿਗਾਰਡਿੰਗ ਹੀ ਉਹਨੂੰ ਅਸੀਂ ਕਰ ਰਹੇ ਹਾਂ। Controlling also ensure that an organization resource are being used effectively and efficiently for the achievement of predetermined control. ਤੇ ਕੰਟਰੋਲਿੰਗ ਇਹ ਵੀ ਇਨਸ਼ੋਰ ਕਰਕੇ ਚੱਲਦੀ ਆ ਕਿ ਆਰਗੇਨਾਈਜੇਸ਼ਨ ਦੇ ਵਿੱਚ ਜਿੰਨੇ ਵੀ ਰਿਸੋਰਸਿਸ ਯੂਜ਼ ਹੋ ਰਹੇ ਨੇ ਸਾਰਿਆਂ ਨੂੰ ਅਸੀਂ ਆਪਣੀ ਪ੍ਰੀਡਿਟਰਮਾਈਨਡ ਗੋਲ ਨੂੰ ਅਚੀਵ ਕਰਨ ਵਾਸਤੇ ਇਫੈਕਟਿਵਲੀ ਅਤੇ ਐਫੀਸ਼ੀਐਂਟਲੀ ਯੂਜ਼ ਕਰ ਰਹੇ ਹਾਂ। ਓਕੇ, ਸੋ ਨੈਕਸਟ ਦੈਟ ਇਜ਼ ਅ ਨੇਚਰ ਆਫ ਕੰਟਰੋਲਿੰਗ and also we can say that the features of controlling, as we all know that ਬੇਟੇ ਮੈਨੇਜਮੈਂਟ ਦੇ ਵਿੱਚ 4 ਜਾਂ 5 ਗੋਲ ਇਵੇਂ ਦੇ ਹੁੰਦੇ ਜਿਹੜੇ ਅਸੀਂ ਅਕੋਰਡਿੰਗ ਟੂ ਦਾ ਮੈਨੇਜਮੈਂਟ ਫੰਕਸ਼ਨ ਹੀ ਕਰਨੇ ਹੁੰਦੇ ਆ। ਦੈਟ ਇਜ਼ ਫਸਟ ਇਜ਼ ਕੰਟਰੋਲਿੰਗ ਇਜ਼ ਅ ਗੋਲ ਓਰੀਐਂਟਡ ਫੰਕਸ਼ਨ।
as we all know that management is a goal oriented function, so controlling is the function of management, so that's why controlling is also a goal oriented function. ਕਿਉਂ? ਕਿਉਂਕਿ ਬੇਟੇ ਅਸੀਂ ਇਹਦੇ ਵਿੱਚ ਇਹ ਵੇਖਣਾ ਹੁੰਦਾ ਕਿ ਜੋ ਅਸੀਂ ਪਲਾਨ ਕਰ ਰਹੇ ਆ ਉਹਨੂੰ ਅਸੀਂ ਆਪਣੇ ਆਰਗੇਨਾਈਜੇਸ਼ਨ ਦੇ ਗੋਲ ਨੂੰ ਅਚੀਵ ਕਰਨ ਵਾਸਤੇ ਯੂਜ਼ ਕਰਦੇ ਪਏ ਆ ਜਾਂ ਨਹੀਂ। ਸੋ ਕੰਟਰੋਲਿੰਗ ਬੇਸਿਕਲੀ ਗੋਲ ਨੂੰ ਪੂਰਾ ਕਰਨ ਵਾਸਤੇ ਹੀ ਕੀਤੀ ਜਾਂਦੀ ਹੈ। ਕੰਟਰੋਲਿੰਗ ਇਜ਼ ਐਨ ਆਲ ਪ੍ਰਵੇਸਿਵ ਫੰਕਸ਼ਨ। ਬੇਟੇ ਇਟ ਇਜ਼ ਪ੍ਰਵੇਸਿਵ ਫੰਕਸ਼ਨ, ਇਹ ਹਰ ਇੱਕ ਲੈਵਲ 'ਤੇ ਕੀਤੀ ਜਾਂਦੀ ਹੈ। ਟੌਪ ਲੈਵਲ ਮੈਨੇਜਮੈਂਟ ਪਲਾਨ ਬਣਾਉਂਦੇ ਵਕਤ ਕੰਟਰੋਲਿੰਗ ਕਰਨਗੇ, ਮਿਡਲ ਲੈਵਲ ਮੈਨੇਜਮੈਂਟ ਆਪਣੇ ਇੰਪਲੋਈ ਨੂੰ ਸਮਝਾਉਂਦੇ ਵਕਤ ਸਾਰੀ ਕੰਟਰੋਲਿੰਗ ਕਰਨਗੇ ਕਿ ਸਾਰੀ ਜਿਹੜੇ ਤੁਹਾਡਾ ਪਲੈਨਡ ਵਰਕ ਹੈਗਾ ਉਹਨੂੰ ਈਜ਼ੀਲੀ ਕਨਵੇ ਕਰ ਦਿੱਤਾ ਜਾਵੇ ਇੰਪਲੋਈ ਤੱਕ ਅਤੇ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਾ ਆਵੇ। ਅਤੇ ਲੋਅਰ ਲੈਵਲ ਪੀਪਲਸ ਜਿਹੜੇ ਆ ਉਹ ਆਪਣਾ ਵਰਕ ਕਰਨ ਨੂੰ ਵੀ ਓਵਰਆਲ ਕੰਟਰੋਲਿੰਗ ਦੇ ਵਿੱਚ ਰਹਿ ਕੇ ਕਰਦੇ ਨੇ ਕਿ ਸਾਰੇ ਦਾ ਸਾਰਾ ਕੰਮ ਜਿਹੜਾ ਅਸੀਂ ਉਹਨੂੰ ਈਵਨ ਉਸ ਤਰੀਕੇ ਨਾਲ ਕਰ ਸਕੀਏ ਜਿਹੜਾ ਕਿ ਸਾਨੂੰ ਟੌਪ ਲੈਵਲ ਮੈਨੇਜਮੈਂਟ ਦੇ ਦੁਆਰਾ ਅਸਾਈਨ ਕੀਤਾ ਗਿਆ ਹੈ। ਦੈਨ ਕੰਟਰੋਲਿੰਗ ਇਜ਼ ਅ ਬੋਥ backward looking as well as a forward looking function। ਕੰਟਰੋਲਿੰਗ ਜਿਹੜੀ ਹੈ ਬੇਟੇ ਬੈਕਵਰਡ ਲੁਕਿੰਗ ਅਪਰੋਚ ਤਾਂ ਹੈਗੀ ਹੈ, ਕਿਉਂਕਿ ਅਸੀਂ ਦੀ ਪਲਾਨਡ ਪਰਫਾਰਮੈਂਸ ਨੂੰ ਐਕਚੁਅਲ ਪਰਫਾਰਮੈਂਸ ਦੇ ਨਾਲ ਮੇਜਰ ਕਰਦੇ ਹਾਂ, ਸੋ ਦੈਟਸ ਵਾਈ ਵੀ ਕੈਨ ਸੇ ਦੈਟ ਦਾ ਬੈਕਵਰਡ ਲੁਕਿੰਗ ਅਪਰੋਚ। ਬਟ ਜੇਕਰ ਅਸੀਂ ਵੇਖਿਆ ਜਾਵੇ ਤਾਂ ਜਿਹੜੀ ਅਸੀਂ ਉਹ ਕੰਪੈਰੀਜ਼ਨ ਕਰਦੇ ਹਾਂ ਉਹ ਕਾਹਦੇ ਵਿੱਚ ਵਾਸਤੇ ਕਰਦੇ ਹਾਂ, ਸੋ ਦੈਟ ਸਾਡੇ ਫਿਊਚਰ ਪਲਾਨਸ ਜਿਹੜੇ ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ। ਸੋ ਦੈਟਸ ਵਾਈ ਵੀ ਕੈਨ ਆਲਸੋ ਸੇ ਦੈਟ ਇਟ ਇਜ਼ ਅ ਫਾਰਵਰਡ ਲੁਕਿੰਗ ਅਪਰੋਚ। ਕੰਟਰੋਲਿੰਗ ਇਜ਼ ਅ ਕੰਟੀਨਿਊ ਫੰਕਸ਼ਨ। ਇੱਕ ਵਾਰੀ ਤੁਹਾਡੀ ਜੋਬ ਜਿਹੜੀ ਹੈ ਡਨ ਹੋ ਜਾਂਦੀ ਹੈ, ਅਗੇਨ ਨੈਕਸਟ ਜੋਬ ਨੂੰ ਕੰਟਰੋਲ ਕਰਨ ਵਾਸਤੇ ਕੰਟਰੋਲਿੰਗ ਫੰਕਸ਼ਨ ਜਿਹੜਾ ਅਵੇਲੇਬਲ ਹੁੰਦਾ ਹੈ। ਸੋ ਦੈਟਸ ਵਾਈ ਵੀ ਕੈਨ ਸੇ ਦੈਟ ਕੰਟਰੋਲਿੰਗ ਇਜ਼ ਅ ਕੰਟੀਨਿਊ ਫੰਕਸ਼ਨ। then bete there is the importance of controlling. It helps in achieving organization goal. When the plans are made in the organization, these are directed toward achievement of organization goal, and controlling function ensures that all the activity in the organization take place according to plan, and if there is any deviation, timely action is taken to bring back the activity on the path of planning. When all the activities are going according to the plan, then automatically these will direct toward the achievement of organizational goal. So it means that controlling ਜਿਹੜੀ ਹੈ ਸਾਰੀ ਦੀ ਸਾਰੀ ਆਰਗੇਨਾਈਜੇਸ਼ਨ ਦੇ ਗੋਲ ਨੂੰ ਅਚੀਵ ਕਰਨ ਵਾਸਤੇ ਸਾਡੀ ਹੈਲਪ ਕਰਦੀ ਹੈ। ਕਿਉਂਕਿ ਇਹਦੇ ਵਿੱਚ ਅਸੀਂ ਵੇਖਦੇ ਹਾਂ ਕਿ ਸਾਡੀਆਂ ਪਲੈਨਡ ਪਰਫਾਰਮੈਂਸ ਜਿਹੜੀਆਂ ਹੈਗੀਆਂ ਆ ਐਕਚੁਅਲ ਪਰਫਾਰਮੈਂਸ ਦੇ ਅਕੋਰਡਿੰਗ ਹੈਗੀਆਂ, ਐਂਡ ਇਫ there are any problem, any deviation, we can take corrective action on that, ਤੇ ਅਸੀਂ ਉਹਨੂੰ ਠੀਕ ਕਰਦੇ ਹਾਂ so that we can achieve the organization goal. ਸੈਕਿੰਡ, ਜਜਿੰਗ ਐਕੂਰੇਸੀ ਆਫ ਸਟੈਂਡਰਡ। ਅਤੇ ਉਸ ਤੋਂ ਬਾਅਦ ਬੇਟੇ ਅਸੀਂ ਇਹ ਵੇਖਦੇ ਹਾਂ ਕਿ ਸਾਡੇ ਸਟੈਂਡਰਡ ਜਿਹੜੇ ਅਸੀਂ ਸੈੱਟ ਕੀਤੇ ਸੀ ਉਹ ਐਕੂਰੇਟ ਨੇ ਜਾਂ ਨਹੀਂ, ਕਿ ਉਹ ਪ੍ਰੋਪਰ ਵੇ ਦੇ ਨਾਲ ਡਿਸਾਈਡ ਕੀਤੇ ਗਏ ਨੇ, ਰਿਵਾਈਜ਼ ਕੀਤੇ ਗਏ ਨੇ ਟਾਈਮ ਟੂ ਟਾਈਮ ਉਹ ਸਟੈਂਡਰਡ ਮੈਚ ਕਰਦੇ ਰਹੇ ਨੇ ਵਿਦ ਦਾ ਪਰਫਾਰਮੈਂਸ ਆਫ ਇੰਪਲੋਈ। ਓਕੇ, ਕੰਟਰੋਲਿੰਗ ਦੇ ਵਿੱਚ ਇਹ ਵੀ ਦੇਖਿਆ ਜਾਂਦਾ ਹੈ। ਐਂਡ ਮੇਕਿੰਗ ਐਫੀਸ਼ੀਐਂਟ ਯੂਜ਼ ਆਫ ਰਿਸੋਰਸਿਸ। ਬੇਟੇ ਜਦੋਂ ਕੰਟਰੋਲਿੰਗ ਹੋਏਗੀ ਅਸੀਂ ਹਰ ਥਾਂ 'ਤੇ ਆਪਣੇ ਇੰਪਲੋਈ ਨੂੰ ਗਾਈਡਲਾਈਨਸ ਦਿੰਦੇ ਰਹਾਂਗੇ, ਇਵੇਂ ਨਹੀਂ ਵਰਕ ਇਵੇਂ ਕਰਨਾ ਹੈ, ਰਾਈਟ ਵੇ ਦੇ ਨਾਲ ਕਰੋ, ਇੱਥੇ ਤੁਹਾਡੇ ਪਲਾਨਸ ਜਿਹੜੇ ਆ ਨਹੀਂ ਮੈਚ ਹੁੰਦੇ ਪਏ ਤੁਹਾਡੀ ਐਕਚੁਅਲ ਪਰਫਾਰਮੈਂਸ ਦੇ ਨਾਲ। ਅਤੇ ਜਦੋਂ ਅਸੀਂ ਹਮੇਸ਼ਾ ਉਹਨਾਂ ਨੂੰ ਕੰਟਰੋਲ ਕਰਦੇ ਰਹਾਂਗੇ, ਗਾਈਡ ਕਰਦੇ ਰਹਾਂਗੇ, ਇੰਸਟਰਕਸ਼ਨ ਦਿੰਦੇ ਰਹਾਂਗੇ, ਉਹਦੇ ਨਾਲ ਸਾਡੇ ਰਿਸੋਰਸਿਸ ਦਾ ਵੀ ਐਫੀਸ਼ੀਐਂਟ ਯੂਜ਼ ਹੋਏਗਾ। ਦੈਨ ਇੰਪਰੂਵਿੰਗ ਇੰਪਲੋਈ ਮੋਟੀਵੇਸ਼ਨ। ਡੇ ਬਾਈ ਡੇ ਜਦੋਂ ਸਬਆਰਡੀਨੇਟ ਗੋਲ ਨੂੰ ਅਚੀਵ ਕਰਨ ਵਾਸਤੇ ਇੰਪਲੋਈਜ਼ ਨੂੰ ਮੋਟੀਵੇਟ ਕਰੇਗਾ, ਉਹਨਾਂ ਨੂੰ ਉਹਨਾਂ ਦੀ ਪ੍ਰੇਜ਼ ਕਰੇਗਾ, ਉਹਨਾਂ ਨੂੰ ਕਹੇਗਾ ਕਿ ਬਹੁਤ ਵਧੀਆ ਵਰਕ ਕਰਦੇ ਪਏ ਹੋ, ਗਾਈਡ ਕਰੇਗਾ, ਇੰਸਟਰਕਸ਼ਨ ਪ੍ਰੋਵਾਈਡ ਕਰਵਾਏਗਾ, ਉਹਨਾਂ ਦੀਆਂ ਪ੍ਰੋਬਲਮ ਸੋਲਵ ਕਰੇਗਾ, ਅਤੇ ਉਹਦੇ ਨਾਲ ਇੰਪਲੋਈ ਜਿਹੜੇ ਉਹ ਮੋਟੀਵੇਟ ਹੁੰਦੇ ਰਹਿਣਗੇ ਅਤੇ ਆਪਣੀ ਬੈਟਰ ਪਰਫਾਰਮੈਂਸ ਦਿੰਦੇ ਰਹਿਣਗੇ। ਇਨਸ਼ੋਰ ਆਰਡਰ ਐਂਡ ਡਿਸਿਪਲਿਨ। ਈਵਨ ਬੇਟੇ ਜਦੋਂ ਕੰਟਰੋਲਿੰਗ ਕਿਵੇਂ ਦਾ ਐਟਮੋਸਫੀਅਰ ਕ੍ਰੀਏਟ ਕਰ ਦਿੰਦਾ ਹੈ ਜਿਹਦੇ ਵਿੱਚ ਸਾਰੇ ਸਬਆਰਡੀਨੇਟ ਆਪਣੀ ਪਰਫਾਰਮੈਂਸ ਨੂੰ ਬਾਰ-ਬਾਰ ਆਪਣੇ ਪਲਾਨ ਪਰਫਾਰਮੈਂਸ ਦੇ ਨਾਲ ਵੇਖ ਕੇ ਚੱਲਦੇ ਨੇ, ਈਵਨ ਹਰ ਇੱਕ ਗੱਲ ਉਹ ਸੁਪੀਰੀਅਰ ਦੇ ਦੇਖ ਰੇਖ ਦੇ ਵਿੱਚ ਕਰਦੇ ਨੇ, ਜਿਹਦੇ ਨਾਲ ਡਿਸਿਪਲਿਨ ਦੇ ਆਰਡਰ ਵੀ ਬਣਿਆ ਰਹਿੰਦਾ ਹੈ। ਫੈਸਿਲੀਟੇਟ ਕੋਆਰਡੀਨੇਸ਼ਨ ਇਨ ਐਕਸ਼ਨ। ਅਤੇ ਈਵਨ ਬੇਟਾ ਜੀ ਜਿਹੜੇ ਕੰਟਰੋਲਿੰਗ ਆ ਇਹ ਹਮੇਸ਼ਾ ਕੋਆਰਡੀਨੇਸ਼ਨ ਬਣਾ ਕੇ ਚੱਲਦੀ ਹੈ ਇਨ ਬਿਟਵੀਨ ਦਾ ਸੁਪੀਰੀਅਰ ਐਂਡ ਸਬਆਰਡੀਨੇਟ। ਅਗਰ ਇਹਨਾਂ ਦੋਵਾਂ ਦੇ ਵਿੱਚ ਕੋਆਰਡੀਨੇਸ਼ਨ ਨਹੀਂ ਹੋਏਗਾ ਤਾਂ ਅਸੀਂ ਕਦੀ ਵੀ ਆਪਣੇ ਟਾਸਕ ਜਿਹੜੇ ਉਹਨਾਂ ਨੂੰ ਕੰਪਲੀਟ ਨਹੀਂ ਕਰ ਪਾਵਾਂਗੇ। ਓਕੇ, ਸੋ ਦੈਟ ਆਰ ਦਾ ਇੰਪੋਰਟੈਂਸ ਆਫ ਕੰਟਰੋਲਿੰਗ। ਇਫ ਯੂ ਹੈਵ ਐਨੀ ਕੁਐਰੀ in these three topic you can ask me through WhatsApp call and message,
ਐਂਡ ਨੈਕਸਟ ਟੋਪਿਕ ਦੈਟ ਇਜ਼ ਅ ਕੰਟਰੋਲਿੰਗ ਪ੍ਰੋਸੈਸ, ਜਿਹਨੂੰ ਅਸੀਂ ਬੇਟੇ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਓਕੇ, ਥੈਂਕਸ ਐਂਡ ਹੈਵ ਅ ਨਾਈਸ ਡੇ।